ਜੀਓਗ੍ਰਾਫੀ ਦੀ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਬੱਚਿਓ, ਇੱਕ ਵਾਰ ਫਿਰ ਤੁਹਾਡੇ ਤੇਜਿੰਦਰ ਸਰ ਇੱਕ ਤੁਹਾਡੇ ਨਾਲ ਰੂਬਰੂ ਹਨ ਇੱਕ ਨਵਾਂ ਟੌਪਿਕ ਲੈ ਕੇ ਜੋ ਹੈ ਖੇਤੀਬਾੜੀ। ਆਪਾਂ ਸਾਰੇ ਖੇਤੀਬਾੜੀ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਹਾਂ, ਵਾਬਸਤਾ ਹਾਂ। ਇਸ ਤੋਂ ਬਗੈਰ ਅਸੀਂ ਜਿੰਦਾ ਨਹੀਂ ਰਹਿ ਸਕਦੇ। ਸੋ ਆਓ ਡਿਸਕਸ ਕਰਦੇ ਹਾਂ ਖੇਤੀਬਾੜੀ ਬਾਰੇ। ਪਹਿਲਾਂ ਇੱਕ ਛੋਟੀ ਜਿਹੀ ਡੈਫੀਨੇਸ਼ਨ ਸਾਰੇ ਵਿਦਿਆਰਥੀ ਨੋਟ ਕਰ ਲਓ ਕਿ ਖੇਤੀਬਾੜੀ ਇੱਕ ਕਲਾ ਔਰ ਵਿਗਿਆਨ ਹੈ ਜਿਹਦੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਔਰ ਨਾਲ ਦੇ ਨਾਲ ਪਸ਼ੂ ਵੀ ਪਾਲੇ ਜਾਂਦੇ ਆ। ਸੋ ਖੇਤੀਬਾੜੀ ਦੇ ਵਿੱਚ ਸਿਰਫ ਫਸਲਾਂ ਨਹੀਂ ਉਗਾਉਣਾ ਨਹੀਂ ਹੁੰਦਾ, ਖੇਤੀਬਾੜੀ ਦੇ ਵਿੱਚ ਪਸ਼ੂ ਪਾਲਣਾ ਵੀ ਆਉਂਦਾ ਹੈ, ਹਰ ਤਰ੍ਹਾਂ ਦੇ ਪਸ਼ੂ ਪਾਲਣਾ। ਸੋ ਆਪਾਂ ਅੱਗੇ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਸੋ ਡੈਫੀਨੇਸ਼ਨ ਨੋਟ ਕਰ ਲਓ। ਐਗਰੀਕਲਚਰ ਇਜ਼ ਦੀ ਆਰਟ ਐਂਡ ਸਾਇੰਸ ਆਫ cultivating the soil, growing crops, raising livestock. It includes the preparation of plant and animal products for people to use and their distribution to the market. So everything is directly or indirectly is associated with the agriculture. That's a part of agriculture, you can say. So ਦੁਨੀਆ ਦੇ ਵਿੱਚ ਅਨਾਜ ਖਾਣਾ ਜੋ ਅਸੀਂ ਖਾਂਦੇ ਹਾਂ, ਕੱਪੜਾ, ਉੱਨ, ਲੈਦਰ, ਇਹ ਸਾਰੇ ਖੇਤੀਬਾੜੀ ਦੇ ਉਤਪਾਦ ਹੈ, ਪ੍ਰੋਡਕਟਸ ਹੈ। ਇਸ ਤੋਂ ਇਲਾਵਾ ਲੱਕੜ ਵੀ ਮਿਲਦੀ ਆ ਸਾਨੂੰ ਕੰਸਟਰਕਸ਼ਨ ਵਾਸਤੇ, ਕਾਗਜ਼ ਵੀ ਮਿਲਦਾ ਜਿਸ 'ਤੇ ਆਪਾਂ ਲਿਖਦੇ ਹਾਂ। ਸੋ ਹਰ ਚੀਜ਼ ਜਿਹੜੀ ਆ ਉਹ ਖੇਤੀਬਾੜੀ ਦੇ ਨਾਲ ਜੁੜੀ ਹੋਈ ਆ। ਤਾਂ ਉਸਨੇ ਕਿਹੜੇ ਕਿਹੜੇ ਧੰਦੇ ਇਤਿਹਾਸ ਦੇ ਵਿੱਚ ਅਪਣਾਏ ਔਰ ਉਹ ਖੇਤੀਬਾੜੀ ਤੱਕ ਕਿਸ ਤਰ੍ਹਾਂ ਪਹੁੰਚਿਆ। ਪਿਆਰੇ ਬੱਚਿਓ, ਜਦੋਂ ਤੋਂ ਮਨੁੱਖ ਪੈਦਾ ਹੋਇਆ ਤਾਂ ਮਨੁੱਖ ਜਿਹੜਾ ਸੀ, ਆਦਿ ਮਾਨਵ ਦੀ ਜਦੋਂ ਗੱਲ ਕਰਦੇ ਹਾਂ ਆਪਾਂ, ਪ੍ਰਿਮਿਟਿਵ ਮੈਨ ਦੀ, ਇਸ ਧਰਤੀ ਦੇ ਉੱਪਰ ਜਿਹੜਾ ਵਿਚਰਿਆ ਆ ਸਭ ਤੋਂ ਪਹਿਲਾ ਮਨੁੱਖ, ਉਹ ਜੰਗਲਾਂ 'ਚ ਰਹਿੰਦਾ ਸੀ ਔਰ ਉਹ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਕੱਚਾ ਮਾਂਸ ਖਾਂਦਾ ਸੀ ਜੀਣ ਵਾਸਤੇ। ਹੌਲੀ ਹੌਲੀ ਅੱਗ ਦੀ ਖੋਜ ਹੋਈ, ਪਹੀਏ ਦੀ ਖੋਜ ਹੋਈ। ਸੋ ਇਹਨੂੰ ਸੈਂਕੜੇ ਹਜ਼ਾਰਾਂ ਸਾਲ ਲੱਗ ਗਏ ਇਸ ਵਿਕਾਸ ਨੂੰ। ਇਹਦੇ ਨਾਲ ਹੀ ਮਨੁੱਖ ਨੇ ਹੌਲੀ ਹੌਲੀ ਜਾਨਵਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਕਿ ਕਿਹੜੇ ਜਾਨਵਰ ਜਿਹੜੇ ਉਹ ਪਾਲੇ ਜਾ ਸਕਦੇ ਆ ਘਰ ਦੇ ਵਿੱਚ, ਜਿਸ ਤਰ੍ਹਾਂ ਗਾਵਾਂ, ਮੱਝਾਂ, ਘੋੜਾ, ਬੱਕਰੀ, ਕੁੱਤਾ। ਇਹਨਾਂ ਜਾਨਵਰਾਂ ਨੂੰ ਮਨੁੱਖ ਨੇ ਜਿਹੜਾ ਹੈ ਉਹ ਡੋਮੈਸਟੀਕੇਸ਼ਨ ਕਰਨਾ ਸ਼ੁਰੂ ਕਰ ਦਿੱਤਾ, ਪਾਲਣਾ ਸ਼ੁਰੂ ਕਰ ਦਿੱਤਾ। ਸੋ ਟ੍ਰੈਡੀਸ਼ਨਲੀ, ਰਿਵਾਇਤੀ ਤੌਰ ਤੇ ਦੁਨੀਆ ਦੇ ਅਲੱਗ-ਅਲੱਗ ਕਲਾਈਮੈਟਿਕ ਏਰੀਆਜ਼ ਦੇ ਵਿੱਚ, ਵੱਖ-ਵੱਖ ਜਲਵਾਯੂ ਖੇਤਰਾਂ ਦੇ ਵਿੱਚ ਮਨੁੱਖ ਨੇ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਨੂੰ ਪਾਲਣਾ ਸ਼ੁਰੂ ਕੀਤਾ। ਜਿਸ ਤਰ੍ਹਾਂ ਜਿਹੜੇ ਸਾਈਬੇਰੀਆ ਦੇ ਵਿੱਚ ਰਹਿਣ ਵਾਲੇ ਐਸਕੀਮੋਜ਼ ਹੈ, ਉਹ ਰੇਂਡੀਅਰ ਪਾਲਦੇ ਆ। ਐਸਕੀਮੋਸ ਜਿੱਥੇ ਰਹਿੰਦੇ ਆ ਬਰਫ਼ ਦੇ ਘਰਾਂ ਦੇ ਵਿੱਚ, ਉੱਥੇ ਤਾਪਮਾਨ ਬਹੁਤ ਘੱਟ ਹੁੰਦਾ ਹੈ, -50 ਡਿਗਰੀ, -60 ਡਿਗਰੀ ਟੈਂਪਰੇਚਰ। ਸੋ ਇੰਨੇ ਘੱਟ ਤਾਪਮਾਨ ਦੇ ਉੱਪਰ ਜਿਹੜਾ ਹੈ ਉਹ ਰੇਂਡੀਅਰ ਦੇ ਜਾਨਵਰ ਨੂੰ ਮਾਰ ਕੇ ਉਹਦਾ ਮਾਂਸ ਖਾਂਦੇ ਆ, ਰੇਂਡੀਅਰ ਦੀ ਖੱਲ ਦੇ ਕੱਪੜੇ ਪਾਉਂਦੇ ਆ, ਰੇਂਡੀਅਰ ਦਾ ਦੁੱਧ ਪੀਂਦੇ ਆ ਔਰ ਰੇਂਡੀਅਰ ਨੂੰ ਹੀ ਉਹ ਸਲੈਜਿਸ ਨੂੰ ਖਿੱਚਣ ਵਾਸਤੇ ਇਸਤੇਮਾਲ ਕਰਦੇ ਆ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਰੇਂਡੀਅਰ ਜਿਹੜਾ ਪਸ਼ੂ ਹੈ ਉਹ ਸਿਰਫ ਤੇ ਸਿਰਫ ਬਰਫਾਨੀ ਖੇਤਰਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਭਾਰਤ ਦਾ ਜਿਹੜਾ ਟ੍ਰੋਪੀਕਲ ਏਰੀਆ ਹੈ, ਜਿਹੜੀ ਗਰਮ ਜਲਵਾਯੂ ਦੇ ਵਿੱਚ ਮੱਝਾਂ, ਗਾਵਾਂ, ਊਠ ਇਹ ਪਾਲੇ ਜਾਂਦੇ ਆ। ਸੋ ਰਵਾਇਤੀ ਤੌਰ ਤੇ ਜਿਹੜੇ ਪਸ਼ੂਆਂ ਨੂੰ ਪਾਲਿਆ ਜਾਂਦਾ ਸੀਗਾ ਉਹ ਚਰਾਗਾਹਾਂ ਦੇ ਵਿੱਚ ਪਾਲਿਆ ਜਾਂਦਾ ਸੀਗਾ, ਗ੍ਰਾਸਲੈਂਡਸ ਦੇ ਵਿੱਚ ਪਾਲਿਆ ਜਾਂਦਾ ਸੀਗਾ, ਜਿੱਥੇ ਕਿ ਘਾਹ ਦੀ ਅਬੰਡੈਂਸ ਹੁੰਦੀ ਸੀ, ਘਾਹ ਮੌਜੂਦ ਹੁੰਦਾ ਸੀਗਾ। ਸੋ ਅੱਜ ਦੀ ਅਗਰ ਗੱਲ ਕਰੀਏ ਤਾਂ ਇਸ ਧੰਦੇ ਨੂੰ ਕਾਫੀ ਟੈਕਨੋਲੋਜੀਕਲੀ ਐਡਵਾਂਸ ਹੋ ਗਿਆ। ਹੁਣ ਤਾਂ ਕਮਰਸ਼ੀਅਲ ਜਿਹੜੀ ਆ ਉਹ ਪਾਸ਼ਲੀਜ਼ਮ ਹੁੰਦਾ ਆ ਕਿ ਊਠ, ਭੇਡਾਂ, ਬੱਕਰੀਆਂ, ਸੂਅਰ ਇਹ ਪਾਲੇ ਜਾਂਦੇ ਆ। ਕਮਰਸ਼ੀਅਲ ਫਾਰਮਿੰਗ ਇਹਨਾਂ ਦੀ ਜਿਹੜੀ ਕੀਤੀ ਜਾਂਦੀ ਹੈ। ਅਗਰ ਤੁਸੀਂ ਇਸ ਤਸਵੀਰ ਦੇ ਵਿੱਚ ਦੇਖੋ ਤਾਂ ਇੱਕ ਜਿਹੜਾ ਹੈ ਉਹ ਨੋਮੈਡ ਜੋ ਹੈ ਉਹ ਪਸ਼ੂ ਲੈ ਕੇ ਜਿਹੜੀ ਪਹਾੜਾਂ ਦੇ ਵਿੱਚ ਵਿਚਰ ਰਿਹਾ ਹੈ। ਫਿਰ ਅੱਗੇ ਆ ਜਾਂਦਾ ਨੈਕਸਟ ਜਿਹੜਾ ਹੈ ਉਹ ਹੈ ਟੱਪਰੀਵਾਸ ਖਾਨਾ ਬਦੋਸ਼, ਨੋਮੈਡਿਜ਼ਮ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਨੋਮੈਡਿਕ ਹਰਡਿੰਗ ਵੀ ਅੰਗਰੇਜ਼ੀ ਦੇ ਵਿੱਚ ਅਸੀਂ ਕਹਿੰਦੇ ਹਾਂ। ਸੋ ਇਹ ਮਨੁੱਖ ਦਾ ਸਭ ਤੋਂ ਪੁਰਾਣਾ ਧੰਦਾ ਰਿਹਾ ਹੈ। ਸੋ ਇਹ ਜਿਹੜੇ ਨੋਮੈਡਸ ਹੁੰਦੇ ਆ, ਖਾਨਾ ਬਦੋਸ਼ ਲੋਕ ਹੁੰਦੇ ਆ, ਇਹਨਾਂ ਦਾ ਹੋਰ ਕੋਈ ਧੰਦਾ ਨਹੀਂ ਆ ਸਿਵਾਏ ਪਸ਼ੂ ਪਾਲਣ ਦੇ। ਸੋ ਇਹ ਨੋਮੈਡਸ ਜਿਹੜੇ ਆ, ਖਾਨਾ ਬਦੋਸ਼ ਹੈ, ਟੱਪਰੀਵਾਸ ਹੈ, ਇਹ ਕਦੀ ਵੀ ਇੱਕ ਜਗ੍ਹਾ ਦੇ ਉੱਪਰ ਟਿਕ ਕੇ ਨਹੀਂ ਰਹਿੰਦੇ। ਇਹ ਆਪਣੇ ਕਬੀਲੇ ਵਾਸਤੇ, ਆਪਣੇ ਲੋਕਾਂ ਵਾਸਤੇ ਭੋਜਨ
ਔਰ ਪਸ਼ੂਆਂ ਵਾਸਤੇ ਚਾਰੇ ਦੀ ਤਲਾਸ਼ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਘੁੰਮਦੇ ਰਹਿੰਦੇ। ਸੋ ਇਹ ਕੁਮੱਕੜ ਜਾਤੀਆਂ ਹੈ। So they never remain at one place. They keep on moving from one place to another. So ਇਹ ਆਪਣੇ ਕੱਪੜੇ, ਆਪਣੇ ਭੋਜਨ, ਆਪਣੇ ਹਥਿਆਰਾਂ ਔਰ ਆਵਾਜਾਈ ਲਈ ਸਿਰਫ ਤੇ ਸਿਰਫ ਪਸ਼ੂਆਂ ਤੇ ਨਿਰਭਰ ਕਰਦੇ ਆ। ਪਾਣੀ ਦੀ ਖੋਜ ਦੇ ਵਿੱਚ, ਚਾਰੇ ਦੀ ਖੋਜ ਦੇ ਵਿੱਚ, ਭੋਜਨ ਦੀ ਖੋਜ ਦੇ ਵਿੱਚ। ਅਗਰ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਹੋਵੇ ਤਾਂ ਤੁਹਾਨੂੰ ਜ਼ਰੂਰ ਪਤਾ ਹੋਏਗਾ ਕਿ ਤੁਸੀਂ ਗੁੱਜਰ ਦੇਖੇ ਹੋਣਗੇ। ਸੋ ਜਿਹੜੇ ਗੁੱਜਰ ਲੋਕ ਹੈ ਉਹ ਆਪਣੇ ਪਸ਼ੂਆਂ ਨੂੰ ਲੈ ਕੇ ਮੱਝਾਂ ਖਾਸ ਕਰਕੇ ਪਾਲਦੇ, ਔਰ ਉਹਨਾਂ ਕੋਲ ਕਾਫੀ ਤਾਦਾਦ ਦੇ ਵਿੱਚ ਮੱਝਾਂ ਹੁੰਦੀਆਂ, 250-300 ਦੇ ਕਰੀਬ ਇੱਕ ਪਰਿਵਾਰ ਕੋਲ। ਉਹਨਾਂ ਦਾ ਪੂਰੇ ਦਾ ਪੂਰਾ ਪਰਿਵਾਰ, ਉਹਨਾਂ ਦੀਆਂ ਔਰਤਾਂ, ਉਹਨਾਂ ਦੇ ਛੋਟੇ ਛੋਟੇ ਬੱਚੇ, ਉਹ ਸਾਰੇ ਇਸੇ ਧੰਦੇ ਦੇ ਵਿੱਚ। ਉਹਨਾਂ ਨੂੰ ਇਹ ਪਤਾ ਆ, ਹਜ਼ਾਰਾਂ ਸਾਲਾਂ ਦੇ ਤਜਰਬੇ ਨੇ ਉਹਨਾਂ ਨੂੰ ਸਿਖਾਇਆ ਹੈ ਕਿ ਇਹਨਾਂ ਮੱਝਾਂ ਨੂੰ ਕਿਸ ਤਰ੍ਹਾਂ ਪਾਲਣਾ ਹੈ, ਉਹਨਾਂ ਨੂੰ ਕਿਸ ਚੀਜ਼ ਦੀ ਕਦੋਂ ਜ਼ਰੂਰਤ ਹੈ। ਔਰ ਤੁਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ, ਖੇਤਾਂ ਦੇ ਵਿੱਚ ਅਕਸਰ ਇਹ ਦੇਖਿਆ ਹੋਏਗਾ ਕਿ ਉਹ ਆਪਣੀਆਂ ਛੋਟੀਆਂ ਛੋਟੀਆਂ ਜਿਹੜੀਆਂ ਉਹ ਘੋੜਾ ਗੱਡੀਆਂ ਲੈ ਕੇ ਤੇ ਆਪਣੀਆਂ ਮੱਝਾਂ ਨੂੰ ਲੈ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਘੁੰਮਦੇ ਰਹਿੰਦੇ ਆ। ਜਦੋਂ ਇੱਕ ਜਗ੍ਹਾ ਦੇ ਉੱਪਰ ਭੋਜਨ ਜਾਂ ਚਾਰੇ ਦੀ ਕਿੱਲਤ ਹੋ ਜਾਏ, ਘਟ ਜਾਏ, ਤਾਂ ਉਹ ਨਵੀਂ ਜਗ੍ਹਾ ਜਿਹੜੀ ਆ ਉਹ ਸ਼ਿਫਟ ਹੋ ਜਾਂਦੇ ਆ। ਸੋ ਭਾਰਤ ਦੇ ਵਿੱਚ ਕਈ ਤਰ੍ਹਾਂ ਦੇ ਖਾਨਾਬਦੋਸ਼ ਹੈ ਜਿਹੜੇ ਪਸ਼ੂ ਪਾਲਦੇ ਆ। ਥਾਰ ਦੇ ਰੇਗਿਸਤਾਨ ਦੇ ਵਿੱਚ ਊਠ ਪਾਲੇ ਜਾਂਦੇ ਆ। ਦੱਖਣ ਦੇ ਪਠਾਰ, ਹਿਮਾਲਿਆ ਦੇ ਪਹਾੜੀ ਇਲਾਕਿਆਂ ਦੇ ਵਿੱਚ ਇਹ ਜਿਹੜਾ ਨੋਮੈਡਿਕ ਹਰਡਿੰਗ ਜਿਹੜੀ ਆ ਉਹ ਕੀਤੀ ਜਾਂਦੀ ਆ। ਮੁੱਖ ਰੂਪ ਦੇ ਵਿੱਚ ਕਿਹੜੇ ਕਿਹੜੇ ਪਸ਼ੂ ਪਾਲੇ ਜਾਂਦੇ ਆ ਤੁਸੀਂ ਨੋਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੇ ਮੱਝਾਂ, ਗਾਵਾਂ, ਭੇਡਾਂ, ਜਿਸ ਤਰ੍ਹਾਂ ਆਪਾਂ ਡਿਸਕਸ ਕਰਾਂਗੇ ਕਿ ਹਿਮਾਚਲ ਦੇ ਵਿੱਚ ਜਿਹੜੇ ਗੱਦੀ ਲੋਕ ਹੈ ਉਹ ਭੇਡਾਂ ਪਾਲਦੇ ਆ। ਫਿਰ ਬੱਕਰੀਆਂ, ਬੱਕਰਵਾਲ ਕਸ਼ਮੀਰ ਦੇ, ਊਠ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਥਾਰ ਦੇ ਰੇਗਿਸਤਾਨ ਦੇ ਵਿੱਚ, ਖੱਚਰ, ਖੋਤੇ, ਯਾਕ ਜਿਹੜੀ ਉਹ ਕਸ਼ਮੀਰ ਦੇ ਵਿੱਚ, ਜਿਹੜਾ ਲੱਦਾਖ ਦਾ ਏਰੀਆ ਆ, ਬਹੁਤ ਠੰਡਾ ਰੇਗਿਸਤਾਨ ਜਿਹਨੂੰ ਅਸੀਂ ਕਹਿੰਦੇ, ਉੱਥੇ ਯਾਕ ਵੀ ਪਾਲੇ ਜਾਂਦੇ ਆ। ਇਹਨਾਂ ਤੋਂ ਇਲਾਵਾ ਇਹ ਤੇ ਮੇਨ ਜਿਹੜੇ ਡੋਮੈਸਟੀਕੇਟਡ ਐਨੀਮਲਸ ਹੋ ਗਏ। ਇਹਨਾਂ ਤੋਂ ਇਲਾਵਾ ਮੁਰਗੀਆਂ, ਪੋਲਟਰੀ ਫਾਰਮਿੰਗ ਤੁਸੀਂ ਦੇਖੀ ਹੋਏਗੀ ਕਿ ਜਿਹੜਾ ਮੁਰਗੇ ਦਾ ਮਾਂਸ ਔਰ ਅੰਡੇ ਜਿਹੜੇ ਆ ਉਹ ਪ੍ਰਾਪਤ ਕਰਨ ਵਾਸਤੇ ਅਸੀਂ ਜਿਹੜੀ ਹੈ ਉਹ ਮੁਰਗੀਆਂ ਪਾਲਦੇ ਹਾਂ। ਇਸ ਤੋਂ ਇਲਾਵਾ ਚਕੋਰ ਮਾਂਸ ਵਾਸਤੇ, ਖਰਗੋਸ਼, ਬੱਤਖਾਂ ਮਾਂਸ ਔਰ ਅੰਡੇ ਵਾਸਤੇ ਇਹ ਵੀ ਪਾਲੇ ਜਾਂਦੇ ਆ। ਸੋ ਉਦਾਹਰਨ ਜਿਹੜੀ ਇੱਕ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ ਕਿ ਜਿਹੜੀ ਟੋਡਾ ਕਿਸਮ ਦੀਆਂ ਮੱਝਾਂ ਜਿਹੜੀਆਂ ਉਹ ਖਾਨਾਬਦੋਸ਼ ਜਿਹੜੇ ਰਹਿੰਦੇ ਆ ਦੱਖਣ ਭਾਰਤ ਦੇ ਵਿੱਚ, ਪੂਰਬੀ ਤੇ ਪੱਛਮੀ ਘਾਟ ਦੇ ਉੱਪਰ, ਇਹ ਉਹ ਪਾਲਦੇ ਹੈਗੇ ਆ। ਸੋ ਰੁੱਤ ਪ੍ਰਵਾਸ ਕੀ ਹੁੰਦਾ ਹੈ? ਇੱਕ ਕੁਐਸਚਨ ਅਕਸਰ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ। ਬਹੁਤ ਆਸਾਨ ਪ੍ਰਸ਼ਨ, ਇਹਨੂੰ ਚੰਗੀ ਤਰ੍ਹਾਂ ਸਮਝ ਲਓ ਸਾਰੇ ਬੱਚੇ ਕਿ ਰੁੱਤ ਪ੍ਰਵਾਸ ਕੀ ਹੁੰਦਾ ਹੈ। ਟ੍ਰਾਂਸਹਿਊਮਨਸ ਕਿਹਨੂੰ ਕਹਿੰਦੇ ਆ? ਅੰਗਰੇਜ਼ੀ ਦੇ ਵਿੱਚ ਜਿਹੜੇ ਇਹਦੇ ਸਪੈਲਿੰਗ ਹਨ ਉਹ ਹਨ TRANSHUMANCE। ਟ੍ਰਾਂਸਹਿਊਮਨਸ ਜਾਂ ਰੁੱਤ ਪ੍ਰਵਾਸ। ਇਹ ਕੀ ਹੁੰਦਾ ਹੈ? ਇਹ ਬੜੀ ਖੂਬਸੂਰਤ ਇੱਕ ਟਰਮ ਹੈ ਜੀਓਗ੍ਰਾਫੀ ਦੇ ਵਿੱਚ, ਜਿਸ ਦਾ ਅਰਥ ਹੈ ਕਿ ਜਿਹੜੇ ਪਸ਼ੂ ਪਾਲਕ ਚਰਵਾਹੇ ਆ ਉਹ ਸਰਦੀਆਂ ਦੇ ਮੌਸਮ ਦੇ ਵਿੱਚ, ਜਿਹੜਾ ਕਿ ਹੁਣ ਆ ਰਿਹਾ ਹੈ, ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਤਾਪਮਾਨ ਬਹੁਤ ਘੱਟ ਜਾਂਦਾ, ਠੰਡ ਬਹੁਤ ਜ਼ਿਆਦਾ ਹੋ ਜਾਂਦੀ ਹੈ, ਬਰਫ਼ ਪੈ ਜਾਂਦੀ ਹੈ। ਬਰਫ਼ ਪੈਣ ਦੇ ਨਾਲ ਕੀ ਹੁੰਦਾ ਹੈ ਕਿ ਪਹਾੜੀ ਖੇਤਰਾਂ ਦੇ ਵਿੱਚ ਚਾਰੇ ਦੀ, ਪਾਣੀ ਦੀ ਔਰ ਅਨਾਜ ਦੀ ਕਮੀ ਹੋ ਜਾਂਦੀ ਹੈ। ਸੋ ਫਿਰ ਇਹ ਲੋਕ ਕੀ ਕਰਦੇ ਆ? ਇਹ ਆਪਣੇ ਮਾਲ ਡੰਗਰ ਪਸ਼ੂ ਲੈ ਕੇ ਮੈਦਾਨੀ ਇਲਾਕਿਆਂ ਦੇ ਵਿੱਚ ਆ ਜਾਂਦੇ, ਕਿਉਂਕਿ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਘੱਟ ਜ਼ਰੂਰ ਹੁੰਦਾ ਆ ਸਰਦੀਆਂ ਦੇ ਵਿੱਚ, ਪਰ ਫਿਰ ਵੀ ਉਹਨਾਂ ਘੱਟ ਨਹੀਂ ਹੁੰਦਾ, ਬਰਫ਼ਬਾਰੀ ਨਹੀਂ ਹੁੰਦੀ ਕਿ ਉਹਨਾਂ ਨੂੰ ਖਾਣ ਲਈ ਭੋਜਨ ਜਾਂ ਪਸ਼ੂਆਂ ਲਈ ਚਾਰੇ ਦਾ ਇੰਤਜ਼ਾਮ ਨਾ ਹੋ ਸਕੇ। ਸੋ ਉਹ ਲੋਕ ਕੀ ਕਰਦੇ ਆ ਕਿ ਪਾਣੀ ਦੀ ਤਲਾਸ਼ ਦੇ ਵਿੱਚ, ਚਾਰੇ ਦੀ ਤਲਾਸ਼ ਦੇ ਵਿੱਚ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਆ ਜਾਂਦੇ ਆ। ਅਗਰ ਤੁਹਾਨੂੰ ਯਾਦ ਹੋਏ ਤਾਂ ਬੱਕਰਵਾਲ ਕਮਿਊਨਿਟੀ ਜਿਹੜੀ ਹੈ ਕਸ਼ਮੀਰ ਦੇ ਵਿੱਚ, ਉਹ ਜੰਮੂ ਖੇਤਰ ਦੇ ਵਿੱਚ ਜਿਹੜੀ ਆ ਉਹ ਆਉਂਦੀ ਆ। ਉਹਨਾਂ ਦੀ ਇੱਕ ਦੁਰਘਟਨਾ ਵੀ ਅੱਜ ਤੋਂ ਕੁਛ ਸਮਾਂ ਪਹਿਲਾਂ ਹੋਈ ਸੀ, ਜਿਹਦੇ ਵਿੱਚ ਆਸਿਫਾ ਜਿਹੜੀ ਆ ਛੋਟੀ ਜਿਹੀ ਬੱਚੀ ਨੂੰ ਮਾਰ ਦਿੱਤਾ ਗਿਆ ਸੀਗਾ। ਉਹ ਬੱਕਰਵਾਲ ਕਮਿਊਨਿਟੀ ਨੂੰ ਬਿਲੋਂਗ ਕਰਦੀ ਸੀ। ਸੋ ਇਹ ਲੋਕ ਕੀ ਕਰਦੇ ਆ? ਜਦੋਂ ਗਰਮੀਆਂ ਸ਼ੁਰੂ ਹੁੰਦੀਆਂ, ਗਰਮੀਆਂ ਸ਼ੁਰੂ ਹੁੰਦੇ ਬਰਫ਼ ਪਿਘਲਣੀ ਸ਼ੁਰੂ ਹੋ ਜਾਂਦੀ ਹੈ ਪਹਾੜੀ ਖੇਤਰਾਂ ਦੇ ਵਿੱਚ, ਪਾਣੀ ਦੀ ਕੋਈ ਕਮੀ ਨਹੀਂ ਰਹਿੰਦੀ,
ਚਾਰਾ ਵੀ ਉਗਣਾ ਸ਼ੁਰੂ ਹੋ ਜਾਂਦਾ ਹੈ। ਸੋ ਅਨਾਜ ਵੀ ਜਿਹੜਾ ਉਹ ਉਹਦੀ ਸੰਭਾਵਨਾ ਹੋ ਜਾਂਦੀ ਹੈ ਕਿ ਉਹ ਵੀ ਉਗ ਸਕਦਾ ਹੈ। ਸੋ ਫਿਰ ਗਰਮੀਆਂ ਦੇ ਵਿੱਚ ਇਹ ਜਿਹੜੇ ਪਸ਼ੂ ਪਾਲਕ ਚਰਵਾਹੇ ਆ, ਇਹ ਕੀ ਕਰਦੇ ਆ ਕਿ ਆਪਣਾ ਮਾਲ ਡੰਗਰ ਪਸ਼ੂ, ਬੱਕਰੀਆਂ, ਮੱਝਾਂ, ਗਾਵਾਂ, ਜੋ ਵੀ ਇਹ ਪਸ਼ੂ ਪਾਲਦੇ ਆ, ਇਹ ਹਿੱਲੀ ਏਰੀਆਸ ਦੇ ਵਿੱਚ ਵਾਪਸ ਚਲੇ ਜਾਂਦੇ ਆ। ਸੋ ਦਿਸ term is called transhumance. This definition is of transhumance. So ਇਹਨੂੰ ਚੰਗੀ ਤਰ੍ਹਾਂ ਨੋਟ ਕਰ, ਇਹ ਛੋਟੇ ਪ੍ਰਸ਼ਨਾਂ ਦੇ ਵਿੱਚ ਜਿਹੜਾ ਪੁੱਛਿਆ ਜਾ ਸਕਦਾ ਹੈ। ਕੁਝ ਪ੍ਰਮੁੱਖ ਚਰਵਾਹੇ ਤੁਸੀਂ ਆਪਣੀ ਕਿਤਾਬ ਦੇ ਵਿੱਚ ਦੇਖ ਸਕਦੇ ਹੋ। ਆਂਧਰਾ ਪ੍ਰਦੇਸ਼ ਦੇ ਵਿੱਚ ਗੋਲਾ ਜਿਹੜੇ ਗਾਵਾਂ ਪਾਲਦੇ ਆ, ਕੁਰੂਮਾ ਭੇਡਾਂ ਪਾਲਣ ਵਾਲੇ ਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਮੋਨਪਾ ਯਾਕ ਪਾਲਦੇ ਆ। ਗੁਜਰਾਤ ਦੇ ਵਿੱਚ ਅਰੀਰੀ, ਗਬਾਰੀ, ਪਾਰਵਾ ਗਾਵਾਂ, ਭੇਡਾਂ ਔਰ ਬੱਕਰੀਆਂ ਪਾਲਦੇ ਹੈਗੇ ਆ। ਕਰਨਾਟਕ ਦੇ ਵਿੱਚ ਕੁਰੂਬਾ ਭੇਡਾਂ ਪਾਲਦੇ ਆ ਔਰ ਤਨਗਰ ਜਿਹੜੇ ਇਹ ਵੀ ਭੇਡਾਂ ਪਾਲਦੇ ਆ। ਕੇਰਲ ਦੇ ਵਿੱਚ ਟੋਡਾ, ਪੱਛਮੀ ਘਾਟ ਦੇ ਉੱਪਰ ਆਪਾਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ, ਇਹ ਮੱਝਾਂ ਪਾਲਣ ਵਾਲੇ ਆ, ਚਰਵਾਹੇ ਆ। ਮੱਧ ਪ੍ਰਦੇਸ਼ ਦੇ ਵਿੱਚ ਤਨਗਰ, ਮਹਾਰਾਸ਼ਟਰ ਦੇ ਵਿੱਚ ਵੀ ਤਨਗਰ ਜਿਹੜੇ ਆ ਇਹ ਭੇਡਾਂ ਪਾਲਣ ਵਾਲੇ ਚਰਵਾਹੇ ਆ। ਰਾਜਸਥਾਨ ਦੇ ਵਿੱਚ ਰਾਇਕਾ, ਰੇਬਾਰੀ, ਇਹ ਊਠ, ਭੇਡਾਂ, ਬੱਕਰੀਆਂ ਜਿਹੜੀਆਂ ਪਾਲਦੇ ਆ। ਔਰ ਤਾਮਿਲਨਾਡੂ ਦੇ ਵਿੱਚ ਬੱਤਖ ਪਾਲਣ ਦਾ ਜਿਹੜਾ ਧੰਦਾ ਉਹ ਕਾਫੀ ਜ਼ਿਆਦਾ ਕੀਤਾ ਜਾਂਦਾ। ਹੁਣ ਤੁਹਾਡੇ ਸਾਹਮਣੇ ਇੱਕ ਭਾਰਤ ਦਾ ਨਕਸ਼ਾ ਹੈ, ਤੁਹਾਡੀ ਕਿਤਾਬ ਦੇ ਵਿੱਚ ਦਿੱਤਾ ਹੋਇਆ, ਤੁਸੀਂ ਇਹਨੂੰ ਧਿਆਨ ਨਾਲ ਦੇਖੋ। ਇਸ ਨਕਸ਼ੇ ਦੇ ਵਿੱਚ ਇਹ ਬੜਾ ਖੂਬਸੂਰਤ ਨਕਸ਼ਾ ਬਣਾਇਆ ਗਿਆ ਹੈ ਤੁਹਾਡੀ ਬੁੱਕ ਦੇ ਵਿੱਚ, ਜਿਸ ਦੇ ਵਿੱਚ ਹਰ ਇੱਕ ਰਾਜ ਦੇ ਵਿੱਚ, ਭਾਰਤ ਦੀ ਕਿਹੜੀ ਸਟੇਟ ਦੇ ਵਿੱਚ ਕਿਹੜੇ ਟਰਾਈਬਸ ਰਹਿੰਦੇ, ਕਬੀਲੇ ਜਿਹੜੇ ਕਿਹੜੇ ਰਹਿੰਦੇ ਆ, ਜਨਜਾਤੀ ਕਬੀਲੇ ਜਿਹੜੇ ਆ, ਉਹਨਾਂ ਦੀ ਡਿਸਕ੍ਰਿਪਸ਼ਨ ਦਿੱਤੀ ਹੋਈ ਆ। ਸੋ ਤੁਹਾਨੂੰ ਇਹ ਸਮਝਣਾ ਬਿਲਕੁਲ ਔਖਾ ਨਹੀਂ ਆ ਕਿ ਕਿਹੜੀ ਸਟੇਟ ਦੇ ਵਿੱਚ ਕਿਹੜੇ ਚਰਵਾਹੇ ਰਹਿੰਦੇ ਆ। ਇਟਸ ਵੈਰੀ ਈਜ਼ੀ। ਫॉर एग्जांपल ਮੈਂ ਤੁਹਾਨੂੰ 2-3 ਸਟੇਟਸ ਅਗਰ ਦੇਖਾਂ ਤਾਂ ਤੁਸੀਂ ਦੇਖੋ ਕਿ ਕਸ਼ਮੀਰ ਦੇ ਵਿੱਚ ਗਾਰਾ, ਪੁਰੀ ਗੱਪਾ, ਬਾਲੀ, ਬੱਕਰਵਾਲ, ਗੱਦੀ, ਗੁੱਜਰ, ਮੌਨਸੀਪੀ, ਚਿੰਗੱਪਾ। ਆਪਣੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਛਪਣ ਵਾਲੀ ਇੱਕ ਅਖਬਾਰ ਜਿਹੜੀ ਸਭ ਤੋਂ ਫੇਮਸ, ਦ ਟ੍ਰਿਬਿਊਨ ਦੇ ਸੰਪਾਦਕ ਰਹੇ ਆ ਰਾਜ ਚਿੰਗੱਪਾ। ਚਿੰਗੱਪਾ ਇਜ਼ ਅ ਟ੍ਰਾਈਬ ਦੈਟ ਬਿਲੋਂਗਸ ਟੂ ਜੰਮੂ ਐਂਡ ਕਸ਼ਮੀਰ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪੋਟ, ਗੱਦੀ, ਗੁੱਜਰ, ਸਵਾਂਗਲਾ, ਲਾਹੌਲਾ, ਕਿਨੌਰਾ, ਪੌਂਗਵਾਲਾ, ਲਾਂਬਾ। ਉੱਤਰਾਖੰਡ ਦੇ ਵਿੱਚ ਪੋਟੀਆ, ਸਿੱਕਿਮ ਦੇ ਵਿੱਚ ਪੂਟੀਆ ਔਰ ਲੇਪਚਾ। ਅਸਾਮ ਦੇ ਵਿੱਚ ਚਕਮਾ ਰਫਿਊਜੀ ਤੁਸੀਂ ਸੁਣਿਆ ਹੋਏਗਾ, ਦਿਮਸਾ, ਕਚਾਰੀ, ਮੀਰੀ, ਗੰਗਤੇ, ਹਮਾਰ। ਅਰੁਣਾਚਲ ਪ੍ਰਦੇਸ਼ ਵਿੱਚ ਮਿਸ਼ਮੀ ਬੋਲੀ ਵੀ ਬੋਲੀ ਜਾਂਦੀ ਉੱਥੇ ਵਾਲੀ। ਮਾਂਬਾ, ਅਬੋਰ, ਅਪਾਤਾਨੀ, ਡਫਲਾ, ਦਿਸ ਇਜ਼ ਆਲਸੋ ਏ ਟ੍ਰਾਈਬਲ ਕਮਿਊਨਿਟੀ। ਰਾਜਸਥਾਨ ਦੇ ਵਿੱਚ ਪੀਲ, ਮੀਣਾ, ਦਮਾਰੀਆ, ਕੋਂਕਣਾ, ਕੌਲੀ, ਗਰਾਸੀਆ। ਪੰਜਾਬ ਔਰ ਹਰਿਆਣੇ ਦੇ ਵਿੱਚ ਕੋਈ ਵੀ ਨੋਮੈਡਸ ਨਹੀਂ ਰਹਿੰਦੇ ਜਿਹੜੇ ਹੈਗੇ, ਮਤਲਬ ਇੱਥੋਂ ਦੇ ਰਹਿਣ ਵਾਲੇ ਨਹੀਂ ਹੈਗੇ। ਇਹ ਦੋਨੇ ਸਟੇਟਸ ਜਿਹੜੀਆਂ, ਇਹਨਾਂ ਦੇ ਵਿੱਚ ST ਜਿਹੜੀ ਹੈ, ਸ਼ਡਿਊਲ ਟ੍ਰਾਈਬ ਕਮਿਊਨਿਟੀ ਨਹੀਂ ਰਹਿੰਦੀ। ਅਗਰ ਤੁਸੀਂ ਦੇਖੋ ਤਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਜਾਰਵਾ ਕਮਿਊਨਿਟੀ ਬਾਰੇ ਗੱਲ, ਖਬਰਾਂ ਦੇ ਵਿੱਚ ਇੱਕ ਨਿਊਜ਼ ਆਈ ਸੀ ਕਿ ਉਸ ਕਬੀਲੇ ਦਾ ਜਿਹੜੇ ਬਹੁਤ ਘੱਟ ਲੋਕ ਰਹਿ ਗਏ, ਉਹ ਖਤਮ ਹੋਣ ਦੇ ਉੱਤੇ ਹੈ। ਜਾਰਵਾ ਜਿਹੜਾ ਕਬੀਲਾ ਹੈ, ਸਿਰਫ 2-4-5 ਜਿਹੜੇ ਉਹਨਾਂ ਦੇ ਲੋਕ ਰਹਿ ਗਏ, ਜਿਨ੍ਹਾਂ ਵਿੱਚੋਂ ਵੀ ਇੱਕ ਜਿਹੜਾ ਉਹ ਕੋਵਿਡ ਪੋਜ਼ਿਟਿਵ ਪਾਇਆ ਗਿਆ ਸੀਗਾ। ਇਸ ਤੋਂ ਇਲਾਵਾ ਓਂਗੋਸ, ਸੰਥਾਲੀ, ਸ਼ੌਂਪੇ, ਨਿਕੋਬਾਰੀ, ਇਹ ਸਾਰੀਆਂ ਜਿਹੜੀਆਂ ਜਨਜਾਤੀ ਕਬੀਲੇ ਹੈ, ਇਹ ਅੰਡੇਮਾਨ ਨਿਕੋਬਾਰ ਦੇ ਆ। ਇਸ ਤੋਂ ਇਲਾਵਾ ਤੁਸੀਂ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਪੀਲ, ਉਤਾਨ, ਸੌਰ, ਮੀਣਾ, ਗੌਂਡ, ਕਮਾਰ। ਮਹਾਰਾਸ਼ਟਰ ਦੇ ਵਿੱਚ ਵੀ ਕਾਮਚਾ, ਪੀਲ, ਗੋਂਡ, ਖੈਰਵਾਰ। ਜਿਹੜਾ ਤੁਹਾਡਾ ਛੱਤੀਸਗੜ੍ਹ ਦਾ ਏਰੀਆ ਹੈ, ਟਰਾਈਬਲ ਏਰੀਆ ਹੈ ਸਾਰਾ, ਇਹਦੇ ਵਿੱਚ ਵੀ ਪੀਲ, ਬਾਇਗਾ, ਮੀਣਾ, ਗੌਂਡ, ਪਾਰਧੀ, ਪਾਓ, ਸਵਾਰ। ਇਹ ਸਾਰੇ ਜਿਹੜੇ ਤੁਹਾਡੇ ਹਨ, ਇਹ ਪਿਆਰੇ ਬੱਚਿਓ, ਇਹ ਜਨਜਾਤੀ ਕਬੀਲੇ ਹਨ, ਟਰਾਈਬਸ ਹਨ, ਜਿਹੜੇ ਕਿ ਪਸ਼ੂ ਪਾਲਣ ਦਾ ਧੰਦਾ ਸਦੀਆਂ ਤੋਂ ਕਰ ਰਿਹਾ ਔਰ ਉਹ ਆਪਣੇ ਇਸ ਧੰਦੇ ਦੇ ਵਿੱਚ ਬਹੁਤ ਖੁਸ਼ ਹੈ। ਉਹ ਪ੍ਰਕਿਰਤੀ ਦੇ ਨਾਲ, ਕੁਦਰਤ ਦੇ ਨਾਲ ਬਿਲਕੁਲ ਨੇੜਿਓਂ ਜੁੜੇ ਹੋਏ ਆ। ਉਹ ਸਮਝਦੇ ਆ ਜਿੰਨਾ ਤਜਰਬਾ ਪਸ਼ੂਆਂ ਨੂੰ ਸੰਭਾਲਣ ਦਾ, ਪਸ਼ੂਆਂ ਦੇ ਬਾਈ ਪ੍ਰੋਡਕਟ ਲੈਣ ਦਾ, ਉਹਨਾਂ ਦੇ ਫਾਇਦੇ ਲੈਣ ਦਾ, ਇਹਨਾਂ ਲੋਕਾਂ ਨੂੰ ਆ, ਸ਼ਾਇਦ ਹੀ ਕਿਸੇ ਨੂੰ ਹੋਵੇ, ਕਿਉਂਕਿ ਇਹ ਲੋਕ ਹਜ਼ਾਰਾਂ ਸਾਲਾਂ ਤੋਂ ਇਹੀ ਧੰਦਾ ਜਿਹੜਾ ਉਹ ਕਰ ਰਿਹਾ। ਸੋ ਇਹ ਨਕਸ਼ਾ ਜਿਹੜਾ ਹੈ, ਇਹ ਨਾ ਸਿਰਫ ਤੁਹਾਡੇ ਜਾਣਕਾਰੀ ਦੇ ਵਿੱਚ ਵਾਧਾ ਕਰੇਗਾ, ਸਗੋਂ ਇਹ ਨਕਸ਼ਾ ਤੁਹਾਡੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਜਿਹੜੇ ਹੁੰਦੇ ਆ, ਮੁਕਾਬਲੇ ਦੇ ਇਮਤਿਹਾਨ ਆ ਜਿਹੜੇ PCS ਜਾਂ ਸਿਵਲ ਸਰਵਿਸਿਜ਼ ਦਾ ਕੋਈ ਵੀ ਐਗਜ਼ਾਮੀਨੇਸ਼ਨ, IAS ਦਾ ਪੇਪਰ ਹੈ, ਉਹਦੇ ਵਿੱਚ ਤੁਹਾਨੂੰ ਇਹ ਕੰਮ ਆਏਗਾ।
ਸੋ ਇਸ ਨਕਸ਼ੇ ਨੂੰ ਸਾਰੇ ਬੱਚੇ ਜਿਹੜੇ ਆ ਉਹ ਖਾਲੀ ਇੱਕ ਭਾਰਤ ਦਾ ਪੋਲੀਟੀਕਲ ਨਕਸ਼ਾ ਲੈ ਲਓ ਜਿਹਦੇ ਵਿੱਚ ਸਟੇਟਸ ਬਣੀਆਂ ਹੋਣ, ਬਾਉਂਡਰੀਜ਼ ਬਣੀਆਂ ਹੋਣ, ਉਹਦੇ ਵਿੱਚ ਤੁਸੀਂ ਪੈਨਸਿਲ ਨਾਲ ਖੁਦ ਭਰ ਕੇ ਦੇਖੋ, ਤੁਹਾਨੂੰ ਯਾਦ ਹੋ ਜਾਏਗਾ ਕਿ ਕਿਹੜਾ ਚਰਵਾਹਾ ਜਨਜਾਤੀ ਕਬੀਲਾ ਕਿੱਥੇ ਰਹਿੰਦਾ ਹੈ। ਖੈਰ ਕੁਛ ਟੇਬਲ ਵੀ ਦਿੱਤਾ ਹੈ ਤੁਹਾਡੀ ਬੁੱਕ ਵਿੱਚ, ਆਪਾਂ ਦੇਖ ਲੈਂਦੇ ਹਾਂ। ਦੇਖੋ, ਬੱਕਰਵਾਲ ਬੱਕਰੀਆਂ ਪਾਲਦੇ ਕਸ਼ਮੀਰ ਦੇ ਵਿੱਚ, ਆਪਾਂ ਉਹਨਾਂ ਦੇ ਬਾਰੇ ਗੱਲ ਕੀਤੀ ਆ। ਇਹ ਜ਼ਿਆਦਾਤਰ ਜਿਹੜੇ ਲੋਕ ਹੈ ਮੁਸਲਮਾਨ ਹੈ। ਰੁੱਤ ਪ੍ਰਵਾਸ ਕਰਦੇ ਆ ਜੰਮੂ ਪਹਾੜਾਂ ਤੋਂ ਆ ਕੇ ਕਿਸ਼ਤਵਾੜ, ਪੰਜਾਬ ਦੇ ਵਿੱਚ ਵੀ ਕੁਛ ਆ ਜਾਂਦੇ ਆ। ਗੁੱਜਰ ਮੱਝਾਂ ਪਾਲਦੇ ਆ ਬੇਸਿਕਲੀ ਜੰਮੂ, ਹਿਮਾਚਲ, ਉੱਤਰਾਖੰਡ, ਇਹਨਾਂ ਦਾ ਜਿਹੜਾ ਰਹਿਣ ਦਾ ਸਥਾਨ ਹੈ। ਜ਼ਿਆਦਾਤਰ ਮੁਸਲਮਾਨ ਆ, ਥੋੜੇ ਹਿੰਦੂ ਆ, ਔਰ ਇਹ ਡੋਗਰੀ ਪਸ਼ਤੋ ਭਾਸ਼ਾ ਬੋਲਦੇ ਆ। ਔਰ ਰੁੱਤ ਪ੍ਰਵਾਸ ਇਹ ਕਰਦੇ ਆ ਜੰਮੂ, ਹਿਮਾਚਲ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਸਹਾਰਨਪੁਰ ਦੇ ਖੇਤਰਾਂ ਦੇ ਵਿੱਚ। ਚਿੰਗੱਪਾ ਇਹ ਲੱਦਾਖ, ਜਾਸਕਰ ਪਰਬਤੀ ਸ਼੍ਰੇਣੀ ਜਿਹੜੀ ਹੈ ਉੱਥੋਂ ਦੇ ਰਹਿਣ ਵਾਲੇ ਲੋਕ ਹੈ। ਔਰ ਜ਼ਿਆਦਾਤਰ ਬੁੱਧ ਧਰਮ ਨੂੰ ਮੰਨਦੇ ਆ। ਲੱਦਾਖੀ, ਤਿੱਬਤੀ। ਲੱਦਾਖ ਦੇ ਉੱਚੇ ਪਹਾੜਾਂ ਚੋਂ ਚੰਗਤਾਂਗ ਦਾ ਜਿਹੜਾ ਇਲਾਕਾ ਆ ਉੱਥੇ ਇਹ ਚਿੰਗੱਪਾ ਜਿਹੜੀ ਟਰਾਈਬ ਹੈ ਉਹ ਪਾਈ ਜਾਂਦੀ ਹੈ। ਫਿਰ ਆ ਜਾਂਦੇ ਗੱਦੀ, ਆਪਾਂ ਇਹਨਾਂ ਬਾਰੇ ਡਿਸਕਸ ਕੀਤਾ ਹੈ। ਗੱਦੀ ਲੋਕ ਜਿਹੜੇ ਆ ਬੇਟਾ ਇਹ ਭੇਡਾਂ ਪਾਲਦੇ ਆ ਬੇਸਿਕਲੀ। ਸੋ ਤੁਸੀਂ ਦੇਖੋ ਕੁਦਰਤ ਨੇ ਕਿੰਨੀ ਬਾਕਮਾਲ ਜਿਹੜੀ ਹੈ ਉਹ ਪਰਮਾਤਮਾ ਦੀ ਕ੍ਰੀਏਸ਼ਨ ਹੈ ਕਿ ਜਿੱਥੇ ਠੰਡ ਪੈਂਦੀ ਆ ਉੱਥੇ ਉਹਨੇ ਭੇਡਾਂ ਜਿਹੜੀਆਂ ਉਹ ਪੈਦਾ ਕਰ ਦਿੱਤੀਆਂ ਤਾਂ ਕਿ ਉਹਦੀ ਉੱਨ ਲੈ ਕੇ ਉਹਦੇ ਕੱਪੜੇ ਪਾ ਕੇ ਅਸੀਂ ਖੁਦ ਨੂੰ ਸਰਦੀ ਤੋਂ ਬਚਾ ਸਕੀਏ। ਔਰ ਤੁਸੀਂ ਦੇਖੋ ਮਨੁੱਖ ਕਿੰਨਾ ਜਿਹੜਾ ਉਹ ਮਤਲਬ ਪ੍ਰਸਤ ਔਰ ਸੈਲਫਿਸ਼ ਇਨਸਾਨ ਹੈ ਕਿ ਅਸੀਂ ਜਾਨਵਰ ਜਿਹੜਾ ਹੈ ਉਹਦੇ ਵਾਲ ਕੱਟਦੇ ਹਾਂ ਕਿ ਸਾਨੂੰ ਉੱਨ ਚਾਹੀਦੀ ਹੈ, ਪਰ ਸਾਡੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਹੈ ਸਰਦੀ ਤੋਂ ਬਚਣ ਵਾਸਤੇ, ਸਾਨੂੰ ਇਹ ਸਾਰਾ ਕੁਝ ਕਰਨਾ ਹੀ ਪੈਣਾ ਬੇਟਾ। ਸੋ ਗੱਦੀ ਜਿਹੜੇ ਆ ਉਹ ਜ਼ਿਆਦਾਤਰ ਕਾਂਗੜਾ, ਧਰਮਸ਼ਾਲਾ, ਉੱਤਰ ਪ੍ਰਦੇਸ਼ ਦੇ ਕੁਝ ਇਲਾਕੇ ਦੇ ਵਿੱਚ ਰਹਿੰਦੇ ਆ। ਇਹਨਾਂ ਵਿੱਚ ਜ਼ਿਆਦਾਤਰ ਜਿਹੜੇ ਹਿੰਦੂ ਰਾਜਪੂਤ ਆ ਔਰ ਹਿੰਦੀ ਬੋਲਦੇ ਆ, ਪਹਾੜੀ ਭਾਸ਼ਾ ਵੀ ਬੋਲਦੇ ਆ। ਰੁੱਤ ਪ੍ਰਵਾਸ ਕਿੱਥੇ ਕਰਦੇ ਆ? ਹਿਮਾਚਲ, ਲਾਹੌਲ, ਤੌਲਾਧਾਰ ਦੀਆਂ ਪਹਾੜੀਆਂ ਤੋਂ ਪੰਜਾਬ ਦੇ ਮੈਦਾਨਾਂ ਦੇ ਵਿੱਚ ਇਹ ਭੇਡਾਂ ਵਗੈਰਾ ਲੈ ਕੇ ਜਿਹੜੇ ਆ। ਖਾਸ ਕਰਕੇ ਅਗਰ ਪੰਜਾਬ ਦਾ ਤੁਸੀਂ ਦੇਖੋ ਜਿਹੜਾ ਸ਼ਿਵਾਲਿਕ ਦਾ ਏਰੀਆ ਆ ਜਿਹਦੇ ਵਿੱਚ ਪਠਾਨਕੋਟ, ਹੁਸ਼ਿਆਰਪੁਰ ਔਰ ਰੂਪਨਗਰ ਜ਼ਿਲ੍ਹੇ ਦੇ ਕੁਝ ਇਲਾਕੇ ਜਿਹੜੇ ਆ ਤੁਸੀਂ ਉੱਥੇ ਅਕਸਰ ਦੇਖੋਗੇ ਕਿ ਇਹ ਜਿਹੜੇ ਗੱਦੀ ਲੋਕ ਆ ਉਹ ਆਪਣੇ ਭੇਡਾਂ ਲੈ ਕੇ ਉਹ ਚਾਰੇ ਵਾਸਤੇ ਪੰਜਾਬ ਦੇ ਮੈਦਾਨਾਂ ਦੇ ਵਿੱਚ ਆ ਜਾਂਦੇ ਆ। ਅੱਗੇ ਆ ਜਾਂਦਾ ਪੋਟੀਆ, ਭੇਡਾਂ ਗਾਵਾਂ ਬੱਕਰੀਆਂ ਪਾਲਦੇ ਹੈਗੇ ਆ ਉੱਤਰਾਖੰਡ ਦੇ ਗੜਵਾਲ ਇਲਾਕੇ ਦੇ ਵਿੱਚ, ਕੁਮਾਊਂ ਇਲਾਕੇ ਦੇ ਵਿੱਚ। ਇਹ ਜ਼ਿਆਦਾਤਰ ਹਿੰਦੂ ਧਰਮ ਨੂੰ ਸੰਬੰਧ ਰੱਖਦੇ, ਹਿੰਦੀ ਬੋਲਦੇ ਆ। ਦੇਹਰਾਦੂਨ, ਪਾਬਰ ਦੇ ਇਲਾਕੇ ਜਿਹੜੇ ਹੈ। ਤਰਾਈ ਤੋਂ ਦੱਖਣ ਵਾਲਾ ਜਿਹੜਾ ਤਰਾਈ ਤੋਂ ਉੱਪਰ ਵਾਲਾ ਜਿਹੜਾ ਏਰੀਆ ਹੈ ਦੈਟ ਇਜ਼ ਯੂਰ ਬਾਬਰ। ਫਿਰ ਨੰਦਾ ਦੇਵੀ, ਗਵਲਤਾਮ ਆਦਿ। ਸੋ ਨੈਕਸਟ ਆ ਜਾਂਦਾ ਪੂਟੀਆ, ਸਿੱਕਿਮ ਦੇ ਵਿੱਚ, ਬੌਧੀ, ਤਿੱਬਤੀ, ਲਸ਼ੂਗੰਡ, ਲਾਚੇਨ ਘਾਟੀਆਂ ਦੇ ਵਿੱਚ ਇਹ ਰੁੱਤ ਪ੍ਰਵਾਸ ਕਰਦੇ ਆ। ਮੋਨਪਾ ਅਰੁਣਾਚਲ ਪ੍ਰਦੇਸ਼ ਤੇ ਤੇਵਾਂਗ, ਇਹ ਬੌਧ ਧਰਮ ਨੂੰ ਮੰਨਣ ਵਾਲੇ ਆ। ਤਿੱਬਤੀ ਜਾਂ ਬਰਮੀ ਭਾਸ਼ਾ ਬੋਲਦੇ ਆ ਔਰ ਰੁੱਤ ਪ੍ਰਵਾਸ ਇਹ ਕਰਦੇ ਆ ਕਾਮੇਂਗ, ਤਵਾਂਗ ਤੋਂ ਹੇਠਲੇ ਇਲਾਕੇ ਜਿਹੜੇ ਆ। ਫਿਰ ਕਿਨੌਰੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਇਹ ਹਿਮਾਚਲ ਦਾ ਜਿਹੜਾ ਕਿਨੌਰ ਜ਼ਿਲ੍ਹਾ ਹੈ ਉੱਥੋਂ ਦੇ ਰਹਿਣ ਵਾਲੇ ਆ। ਜ਼ਿਆਦਾਤਰ ਰਾਜਪੂਤ ਹਿੰਦੂ ਹੈ ਔਰ ਇਹ ਥੋਸੀਆ, ਬੇਰੂ, ਹਿੰਦੀ ਤੇ ਬੌਧੀ ਭਾਸ਼ਾ ਜਿਹੜੀ ਬੋਲਦੇ ਆ। ਆਮ ਤੌਰ ਤੇ ਉੱਤਰਾਖੰਡ ਤੇ ਹਿਮਾਚਲ ਦੇ ਉੱਚੇ ਇਲਾਕਿਆਂ ਤੋਂ ਮੈਦਾਨਾਂ ਵੱਲ ਜਿਹੜੇ ਆ ਉਹ ਰਹਿੰਦੇ ਆ। ਇਹ ਤੇ ਹੋ ਗਏ ਸਾਰੇ ਤੁਹਾਡੇ ਮਨੁੱਖੀ ਤੰਜ ਜਿਹੜੇ ਪਸ਼ੂ ਪਾਲਣ ਦੇ ਨਾਲ ਮਨੁੱਖ ਦੇ ਜੁੜੇ ਹੋਏ ਆ। ਹੁਣ ਆਪਾਂ ਗੱਲ ਕਰਦੇ ਹਾਂ ਖੇਤੀਬਾੜੀ ਦੇ ਪ੍ਰਕਾਰ, ਐਗਰੀਕਲਚਰ ਟਾਈਪਸ। ਸਭ ਤੋਂ ਪਹਿਲਾਂ ਆ ਜਾਂਦਾ ਆ ਸਬਸਿਸਟੈਂਸ ਐਗਰੀਕਲਚਰ। ਸੋ ਵੈਸੇ ਤੇ ਵਿਟਲਜ਼ੇ ਕਲਾਸੀਫਿਕੇਸ਼ਨ ਅਸੀਂ ਪੜ੍ਹਦੇ ਹਾਂ ਜਿਹਦੇ ਵਿੱਚ 16 ਟਾਈਪ, 16 ਤਰ੍ਹਾਂ ਦੀਆਂ ਖੇਤੀਬਾੜੀ ਦੀਆਂ ਕਿਸਮਾਂ ਉਹ ਪੜ੍ਹੀਆਂ ਜਾਂਦੀਆਂ ਹੈ ਜੋਗ੍ਰਾਫੀ ਦੇ ਵਿੱਚ। ਪਰ ਤੁਹਾਡੇ ਸਿਲੇਬਸ ਦੇ ਵਿੱਚ ਤੁਹਾਡੀ ਕਿਤਾਬ ਦੇ ਹਿਸਾਬ ਨਾਲ ਅਸੀਂ ਚੱਲਦੇ ਹਾਂ, ਜਿੰਨੀਆਂ ਅਸੀਂ ਬੁੱਕ ਦੇ ਵਿੱਚ ਦਿੱਤੀਆਂ ਆਪਾਂ ਡਿਸਕਸ ਕਰਦੇ ਹਾਂ ਸਾਰੇ। ਸਭ ਤੋਂ ਪਹਿਲਾਂ ਹੈ ਸਬਸਿਸਟੈਂਸ ਐਗਰੀਕਲਚਰ ਜਾਂ ਨਿਰਵਾਹ ਖੇਤੀ। ਸੋ ਨਿਰਵਾਹ ਕਰਨਾ ਆਪਣੇ ਨਾਮ ਤੋਂ ਹੀ ਸਪਸ਼ਟ ਹੈ ਕਿ ਗੁਜ਼ਾਰਾ ਕਰਨਾ, ਗੁਜ਼ਾਰੇ ਜੋਗੀ ਖੇਤੀ। ਸੋ ਉਹ ਖੇਤੀ ਜਿਹੜਾ ਪਰਿਵਾਰ ਸਿਰਫ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਕਰਦਾ ਉਸ ਨੂੰ ਅਸੀਂ ਸਬਸਿਸਟੈਂਸ ਐਗਰੀਕਲਚਰ ਜਾਂ ਨਿਰਵਾਹ ਖੇਤੀ ਕਹਿੰਦੇ ਹਾਂ। ਇਹ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਹੈ ਪੁਰਾਣੀ ਨਿਰਵਾਹ ਖੇਤੀ, ਆਦਿਕਾਲੀਨ ਜਾਂ ਪੁਰਾਣੀ ਨਿਰਵਾਹ ਖੇਤੀ, ਪ੍ਰਿਮਿਟਿਵ ਔਰ ਸਿੰਪਲ ਸਬਸਿਸਟੈਂਸ। ਇਹਦੇ ਵਿੱਚ ਕੀ ਆ ਕਿ ਮਨੁੱਖ ਜਿਹੜਾ ਹੈ ਉਹ ਕਿਸੇ ਤਰ੍ਹਾਂ ਦਾ ਵੀ ਕੀਟਨਾਸ਼ਕ, ਰਸਾਇਣਿਕ ਖਾਦ, ਬੀਜ ਦੀ ਵਰਤੋਂ ਨਹੀਂ ਕਰਦਾ। ਇਹ
ਮਨੁੱਖ ਜਿਹੜਾ ਹੈ ਉਹ ਕੀ ਕਰਦਾ ਹੈ ਕਿ ਕਿਸੇ ਜਗ੍ਹਾ ਦੇ ਉੱਪਰ ਜੰਗਲ ਸਾਫ਼ ਕਰਕੇ ਉਹਨੂੰ ਵਾਈ ਯੋਗ ਬਣਾ ਕੇ ਉੱਥੇ ਖੇਤੀ ਸ਼ੁਰੂ ਕਰ ਦਿੰਦਾ, ਔਰ ਜਿਸ ਤਰ੍ਹਾਂ ਹੀ ਉਸ ਜਗ੍ਹਾ ਦੇ ਉੱਪਰ ਪ੍ਰੋਡਕਟਿਵਿਟੀ ਜਾਂ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ, ਮਨੁੱਖ ਫਿਰ ਨਵੀਂ ਜਗ੍ਹਾ ਜਾਂਦਾ ਹੈ ਔਰ ਉੱਥੇ ਖੇਤੀ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹ ਇਨਵਾਇਰਮੈਂਟ ਵਾਸਤੇ, ਵਾਤਾਵਰਨ ਵਾਸਤੇ ਸਭ ਤੋਂ ਜ਼ਿਆਦਾ ਘਾਤਕ ਕਿਸਮ ਦੀ ਖੇਤੀ ਹੈ, ਜਿਹਦੇ ਵਿੱਚ ਜੰਗਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਦੁਨੀਆ ਦੇ ਬਹੁਤ ਸਾਰੇ ਮਮਾਲਿਕ ਦੇ ਅੰਦਰ ਇਹ ਖੇਤੀ ਜਿਹੜੀ ਇਸ ਤਰ੍ਹਾਂ ਦੀ ਕੀਤੀ ਜਾਂਦੀ ਹੈ। ਦੱਖਣੀ ਅਮਰੀਕਾ ਦੇ ਵਿੱਚ ਜਿਹੜੇ ਐਮਾਜ਼ਨ ਜੰਗਲ ਹੈ, ਉਹ ਕਾਫੀ ਹੱਦ ਤੱਕ ਉਹਨਾਂ ਦਾ ਖਾਤਮੇ ਦਾ ਜਿਹੜਾ ਕਾਰਨ ਹੈ ਉਹ ਇਸ ਤਰ੍ਹਾਂ ਦੀ ਜਿਹੜੀ ਸ਼ਿਫਟਿੰਗ ਐਗਰੀਕਲਚਰ ਨੂੰ ਅਸੀਂ ਕਹਿੰਦੇ ਹਾਂ, ਜਾਂ ਭਾਰਤ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਝੂਮਿੰਗ। ਉੱਤਰ ਪੂਰਬ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ, ਨਾਰਥ ਈਸਟ ਸਟੇਟ ਦੇ ਵਿੱਚ, ਸੋ ਉੱਥੇ ਇਹਨੂੰ ਝੂਮਿੰਗ ਕਿਹਾ ਜਾਂਦਾ ਹੈ। ਦੂਸਰਾ ਹੈ ਹਿਮਾਲਿਆ ਦੇ ਵਿੱਚ ਪਸ਼ੂ ਪਾਲਣਾ। ਟ੍ਰਾਂਸਹਿਊਮਨ ਅਸੀਂ ਇਹ ਗੱਲ ਕਰ ਲਈ ਆ ਕਿ ਗਰਮੀ ਸ਼ੁਰੂ ਹੁੰਦੇ ਜਿਹੜੇ ਚਰਵਾਹੇ ਉਹ ਪਹਾੜਾਂ ਦੇ ਵਿੱਚ ਚਲੇ ਜਾਂਦੇ ਆ, ਅਤੇ ਜਦੋਂ ਸਰਦੀਆਂ ਆਉਂਦੀਆਂ ਉਹ ਬਰਫ਼ ਪੈਣ ਤੋਂ ਪਹਿਲਾਂ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਜਿਹੜੇ ਚਰਵਾਹੇ ਉਹ ਆ ਜਾਂਦੇ ਆ। ਸੋ ਇਹ ਜਿਹੜੀ ਖੇਤੀ ਆਪਾਂ ਗੱਲ ਕੀਤੀ ਹੈ ਬੇਟਾ, ਸ਼ਿਫਟਿੰਗ ਐਗਰੀਕਲਚਰ, ਇਹਨੂੰ ਝੂਮਿੰਗ ਜਾਂ ਸਥਾਨਾਂਤਰਨ ਖੇਤੀ ਕਿਹਾ ਜਾਂਦਾ ਹੈ। ਇਹਦੇ ਵਿੱਚ ਜ਼ਿਆਦਾਤਰ ਜਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਉਹ ਤਿਲ ਹਨ, ਤਿਲਾਂ ਦੇ ਬੀਜ, ਦਾਲਾਂ, ਸਬਜ਼ੀਆਂ ਜਾਂ ਗੰਨਾ। ਸੋ ਭਾਰਤ ਦੇ ਵਿੱਚ 12 5 ਸਾਲਾਂ ਯੋਜਨਾਵਾਂ ਜਿਹੜੀਆਂ ਹੋ ਚੁੱਕੀਆਂ, ਔਰ ਅਸੀਂ ਜ਼ਿਆਦਾਤਰ ਖੇਤੀ ਜਿਹੜੀ ਆ ਉਹ ਨਿਰਵਾਹ ਖੇਤੀ ਕਰਦੇ ਹਾਂ। ਦੂਸਰੀ ਤਰ੍ਹਾਂ ਦੀ ਜਿਹੜੀ ਨਿਰਵਾਹ ਖੇਤੀ ਹੈ, ਪਹਿਲੀ ਤੇ ਆਪਾਂ ਕਰ ਲਈ ਆਦਿਕਲੀਨ ਜਾਂ ਪ੍ਰਿਮਿਟਿਵ ਸਬਸਿਸਟੈਂਸ ਐਗਰੀਕਲਚਰ ਜਾਂ ਸਿੰਪਲ ਸਬਸਿਸਟੈਂਸ ਐਗਰੀਕਲਚਰ। ਦੂਸਰੀ ਹੈ ਸੰਘਣੀ ਨਿਰਵਾਹ ਖੇਤੀ, ਇੰਟੈਂਸਿਵ ਸਬਸਿਸਟੈਂਸ ਵਿਦ ਵੈਟ ਪੈਡੀ, ਜਿਹਦੇ ਵਿੱਚ ਝੋਨਾ ਜ਼ਿਆਦਾ ਲਾਇਆ ਜਾਂਦਾ। ਸੋ ਇਹਦੇ ਵਿੱਚ ਕੀ ਆ ਕਿ ਚੌਲ, ਕਿਉਂਕਿ ਦੱਖਣੀ ਏਸ਼ੀਆ ਦੀ ਔਰ ਭਾਰਤ ਦੀ ਪ੍ਰਮੁੱਖ ਜਿਹੜੀ ਫੂਡ ਕ੍ਰੌਪ ਹੈ, ਖਾਦ ਫਸਲ ਹੈ, ਇਸ ਕਰਕੇ ਜ਼ਿਆਦਾਤਰ ਮੌਨਸੂਨ ਏਸ਼ੀਆ ਦੇ ਵਿੱਚ ਜਿੱਥੇ ਬਾਰਿਸ਼ਾਂ ਜ਼ਿਆਦਾ ਪੈਂਦੀਆਂ ਉੱਥੇ ਇਸ ਤਰ੍ਹਾਂ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ। ਇਹਦੇ ਵਿੱਚ ਕੀ ਆ ਕਿ ਲੈਂਡ ਹੋਲਡਿੰਗ ਛੋਟੀਆਂ, ਵੈਸੇ ਵੀ ਪੂਰੇ ਭਾਰਤ ਦੇ ਵਿੱਚ ਸਮੇਂ ਦੇ ਨਾਲ ਨਾਲ ਜਿਹੜੇ ਜੋਤਾਂ ਆ ਜਾਂ ਲੈਂਡ ਹੋਲਡਿੰਗਸ ਆ ਉਹ ਛੋਟੀਆਂ ਹੋ ਰਹੀਆਂ, ਜਿਸ ਤਰ੍ਹਾਂ ਪਾਪੂਲੇਸ਼ਨ ਦਾ ਪ੍ਰੈਸ਼ਰ ਵੱਧ ਰਿਹਾ ਜਾਂ ਜ਼ਮੀਨ ਦੀ ਡਿਮਾਂਡ ਵੱਧ ਰਹੀ ਹੈ। ਪੂਰੇ ਦਾ ਪੂਰਾ ਪਰਿਵਾਰ ਜਿਹੜਾ ਅਣਥੱਕ ਮਿਹਨਤ ਕਰਕੇ ਜਿਹੜਾ ਉਹ ਗੁਜ਼ਾਰੇ ਜੋਗਾ ਅਨਾਜ ਪੈਦਾ ਕਰਦਾ ਹੈ। ਸੋ ਕੇਰਲ ਤੇ ਬੰਗਾਲ ਦੇ ਰਾਜ ਇਹਦੇ ਵਿੱਚ ਐਗਜ਼ਾਮਪਲ ਹੈ। ਬੰਗਾਲ ਦੇ ਵਿੱਚ ਆਪਾਂ ਅੱਗੇ ਇੱਕ ਬੜੀ ਡਿਸਕਸ ਕੀਤਾ ਕਿ 3 ਕਿਸਮ ਦੀਆਂ ਜਿਹੜੀਆਂ ਇੱਕ ਸਾਲ ਦੇ ਵਿੱਚ 3 ਫਸਲਾਂ ਜਿਹੜੀਆਂ ਅਸਮਨ ਐਂਡ ਬੋਰੋ ਉਹ ਝੋਨੇ ਦੀਆਂ ਲੈਂਦੇ ਆ, ਪੈਡੀ ਦੀਆਂ ਲੈਂਦੇ ਆ। ਸੋ ਗੁਜ਼ਾਰੇ ਜੋਗੀ ਖੇਤੀ ਜਿੱਥੇ ਬਾਰਿਸ਼ ਜ਼ਿਆਦਾ ਪੈਂਦੀ ਆ ਉਹਨੂੰ ਅਸੀਂ ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ ਡੋਮੀਨੇਟਡ ਬਾਈ ਵੈਟ ਪੈਡੀ, ਉਹ ਚਾਵਲ ਪ੍ਰਧਾਨ ਜਿਹੜੀ ਸੰਘਣੀ ਨਿਰਵਾਹ ਖੇਤੀ ਕਹਿੰਦੇ ਆ। ਸੋ ਇਹਦੇ ਵਿੱਚ ਕਿਸਾਨ ਜਿਹੜਾ ਹੈ ਕੁਛ ਟੂਲਸ ਇਸਤੇਮਾਲ ਕਰਦਾ ਹੈ, ਕੁਛ ਬੀਜ ਵੀ ਜਿਹੜੇ ਆ ਉਹ ਇਸਤੇਮਾਲ ਕਰਦਾ ਉન્નਤ, ਪਰ ਜ਼ਿਆਦਾਤਰ ਇਹ ਇਸ ਤਰ੍ਹਾਂ ਦੀ ਖੇਤੀ ਦੇ ਵਿੱਚ ਜਿਹੜੇ ਸਾਡੀਆਂ ਰਵਾਇਤੀ ਕਿਸਮਾਂ ਆ ਝੋਨੇ ਦੀਆਂ, ਟ੍ਰੈਡੀਸ਼ਨਲ ਜੋ ਕ੍ਰੌਪਸ ਸੀਡਸ ਹੈਗੇ ਉਹ ਇਸਤੇਮਾਲ ਕੀਤੇ ਜਾਂਦੇ ਆ। ਫਿਰ ਆ ਜਾਂਦਾ ਚਾਵਲ ਰਹਿਤ ਖੇਤੀ। ਸੋ ਜਿੱਥੇ ਚੌਲ ਨਹੀਂ ਬੀਜੇ ਜਾਂਦੇ ਉੱਥੇ ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ ਦੇ ਵਿੱਚ ਅਸੀਂ ਪੰਜਾਬ ਦੇ ਵੀ ਕੁਝ ਖੇਤਰ ਲੈ ਸਕਦੇ ਹਾਂ ਜਿੱਥੇ ਲੈਂਡ ਹੋਲਡਿੰਗ ਛੋਟੀਆਂ ਵਾ। ਸੋ ਉੱਥੇ ਜਲਵਾਯੂ, ਮਿੱਟੀ, ਤਾਪਮਾਨ, ਨਮੀ, ਧੁੱਪ ਤੇ ਹੋਰ ਸਮਾਜਿਕ ਆਰਥਿਕ ਕਾਰਨਾਂ ਕਰਕੇ ਲੋਕ ਜਿਹੜੇ ਆ ਉਹ ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ ਕਰਦੇ ਆ। ਬਟ ਇਹਦੇ ਵਿੱਚ ਜਿਹੜੀ ਮੁੱਖ ਫਸਲ ਹੁੰਦੀ ਆ ਉਹ ਜ਼ਿਆਦਾਤਰ ਬਾਜਰਾ, ਜਵਾਰ, ਕਣਕ, ਇਹ ਫਸਲਾਂ ਹੁੰਦੀਆਂ, ਕਿਉਂਕਿ ਇਹ ਸਾਰੀਆਂ ਫਸਲਾਂ ਨੂੰ ਪਾਣੀ ਜ਼ਿਆਦਾ ਨਹੀਂ ਚਾਹੀਦਾ ਹੁੰਦਾ। ਸੋ ਇਹ ਜਵਾਰ, ਬਾਜਰਾ, ਕਣਕ, ਇਹ ਜਿਹੜੀ ਆਪਾਂ ਫਸਲਾਂ ਦੀ ਗੱਲ ਕੀਤੀ ਬੇਟਾ, ਸਾਰੀਆਂ ਫੂਡ ਕ੍ਰੌਪਸ ਹੈਗੀਆਂ, ਖਾਣ ਵਾਸਤੇ ਇਸਤੇਮਾਲ ਕੀਤੀਆਂ ਜਾਂਦੀਆਂ। ਵੈਸੇ ਵੀ ਅਗਰ ਤੁਹਾਨੂੰ ਪਤਾ ਹੋਵੇ ਤਾਂ ਬਾਜਰੇ ਦੀ ਜਿਹੜੀ ਰੋਟੀ ਆ ਉਹਦੇ ਵਿੱਚ ਬੇਤਹਾਸ਼ਾ ਕੈਲਸ਼ੀਅਮ ਔਰ ਕਾਰਬੋਹਾਈਡਰੇਟਸ ਔਰ ਵਿਟਾਮਿਨਸ ਪਾਏ ਜਾਂਦੇ ਆ। ਜਿਹੜਾ ਮਹਾਰਾਸ਼ਟਰ ਦਾ ਖੇਤਰ ਹੈ ਤੁਸੀਂ ਦੇਖੋ, ਉੱਥੇ ਲੋਕੀ ਬਹੁਤ ਜ਼ਿਆਦਾਤਰ ਜਿਹੜੇ ਆ ਉਹ ਬਾਜਰੇ ਦੀ ਔਰ ਜਵਾਰ ਦੀ ਰੋਟੀ ਦੀ ਵਰਤੋਂ ਕਰਦੇ ਆ। ਅਸੀਂ ਪੰਜਾਬ ਦੇ ਵਿੱਚ ਜ਼ਿਆਦਾ ਜਿਹੜੀ ਆ ਉਹ ਕਣਕ ਦੀ ਰੋਟੀ ਖਾਂਦੇ ਆ। ਅਗਰ ਤੁਸੀਂ ਪੰਜਾਬ ਦੇ ਪਿਛਲੇ 80 ਸਾਲ ਤੋਂ 70 ਸਾਲ ਤੋਂ ਪੁਰਾਣਾ ਇਤਿਹਾਸ ਦੇਖੋ ਤਾਂ ਪੰਜਾਬ ਦੇ ਵਿੱਚ ਵੀ ਜਿਹੜੀ ਲੋਕੀ ਉਹ ਬਾਜਰੇ ਦੀ ਰੋਟੀ ਖਾਂਦੇ ਸੀਗੇ, ਮੱਕੀ ਦੀ ਰੋਟੀ ਖਾਂਦੇ ਸੀਗੇ, ਜਵਾਰ ਦੀ ਰੋਟੀ ਖਾਂਦੇ ਸੀਗੇ। ਤੁਸੀਂ ਲੋਕ ਗੀਤ ਜ਼ਰੂਰ ਸੁਣਿਆ ਹੋਏਗਾ, ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ। ਸੋ ਬਾਜਰਾ ਇੱਕ ਬੜੀ ਮੇਨ ਫਸਲ ਜਿਹੜੀ ਸਾਡੀ ਰਹੀ ਹੈਗੀ ਆ। ਸੋ ਇਸ ਤੋਂ ਇਲਾਵਾ ਜਿਹੜੇ ਦੱਖਣ ਪੱਛਮੀ ਖੁਸ਼ਕ ਖੇਤਰ ਹੈ, ਸਾਊਥ ਵੈਸਟ ਡਰਾਈ ਏਰੀਆ, ਜਿੱਥੇ ਕਿ ਬਾਰਿਸ਼ ਦੀ ਕਮੀ ਹੈ, ਉਹਨੂੰ ਜਿਹੜਾ ਹੈ ਉੱਥੇ ਵੀ
ਚਾਵਲ ਹੈ ਸੰਘਣੀ ਨਿਰਵਾਹ ਖੇਤੀ ਕੀਤੀ ਜਾਂਦੀ ਹੈ। ਸੋ ਪਿਆਰੇ ਬੱਚੋ, ਅੱਜ ਅਸੀਂ ਜਿਹੜੀਆਂ ਮੁੱਖ ਫਸਲਾਂ ਜਿਹੜੀਆਂ ਆ ਤੁਹਾਡੇ ਨਾਲ ਡਿਸਕਸ ਕੀਤੀਆਂ ਵਾ, ਇਹਦੇ ਵਿੱਚ ਇਹਨੂੰ ਦੁਬਾਰਾ ਇੱਕ ਵਾਰੀ ਅਸੀਂ ਰੀਕੈਪਚੂਲੇਟ ਕਰ ਲਈਏ ਤਾਂ ਸਭ ਤੋਂ ਪਹਿਲਾਂ ਅਸੀਂ ਖੇਤੀਬਾੜੀ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਅਸੀਂ ਡਿਸਕਸ ਕੀਤੀ ਸੀਗੀ, ਔਰ ਉਸ ਤੋਂ ਬਾਅਦ 'ਚ ਆਪਾਂ ਮਨੁੱਖੀ ਧੰਦਿਆਂ ਬਾਰੇ ਗੱਲ ਕੀਤੀ ਕਿ ਚਾਰਾਗਾਹਾਂ ਅਤੇ ਪਸ਼ੂ ਪਾਲਣ ਜਾਂ ਪਾਸਚਰਲਿਜ਼ਮ ਕਿਹਨੂੰ ਕਹਿੰਦੇ ਆ, ਕਿ ਜਿਹੜੇ ਪਸ਼ੂ ਪਾਲੇ ਜਾਂਦੇ ਆ ਪਹਾੜੀ ਇਲਾਕਿਆਂ 'ਤੇ ਜਿਹੜੇ ਕਬੀਲੇ ਟਰਾਈਬਸ ਰਹਿੰਦੇ ਉਹਨਾਂ ਦੁਆਰਾ। ਸੋ ਇਹਦੇ ਵਿੱਚ ਜ਼ਿਆਦਾਤਰ ਕਿਹੜੇ ਪਸ਼ੂ ਪਾਲੇ ਜਾਂਦੇ ਆ ਉਹ ਤੁਸੀਂ ਦੁਬਾਰਾ ਇੱਕ ਵਾਰੀ ਸੁਣ ਲਓ। ਇਹਨਾਂ ਦੇ ਵਿੱਚ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਊਠ, ਖੱਚਰ, ਖੋਤੇ, ਯਾਕ ਇਹ ਪਾਲੇ ਜਾਂਦੇ ਆ। ਸੋ ਭਾਰਤ ਦੇ ਵਿੱਚ ਜਿਹੜੇ ਰੁੱਤ ਪ੍ਰਵਾਸ ਉਹ ਕੀ ਹੁੰਦਾ ਆਪਾਂ ਡਿਸਕਸ ਕੀਤਾ ਆ ਕਿ ਸਰਦੀਆਂ ਦੇ ਵਿੱਚ ਜਿੱਦਾਂ ਹੀ ਵਿੰਟਰ ਸੀਜ਼ਨ ਸ਼ੁਰੂ ਹੁੰਦਾ ਆ ਪਹਾੜਾਂ ਦੇ ਉੱਪਰ ਚਾਰੇ ਦੀ ਅਨਾਜ ਦੀ ਕਮੀ ਹੋ ਜਾਂਦੀ ਹੈ, ਔਰ ਜਿਹੜੇ ਇਹ ਚਰਵਾਹੇ ਆ ਇਹ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੇ ਆ, ਔਰ ਜਿਸ ਤਰ੍ਹਾਂ ਹੀ ਗਰਮੀਆਂ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੁੰਦਾ ਆ ਇਹ ਫਿਰ ਦੁਬਾਰਾ ਵਾਪਸ ਪਹਾੜੀ ਇਲਾਕੇ ਚਲ ਜਾਂਦੇ, ਕਿਉਂਕਿ ਇਹਨਾਂ ਦੇ ਜਿਹੜੇ ਜਾਨਵਰ ਜਾਂ ਇਹ ਖੁਦ ਵੀ ਜ਼ਿਆਦਾ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ। ਸੋ ਅਲੱਗ-ਅਲੱਗ ਭੂਗੋਲਿਕ ਖੇਤਰਾਂ ਦੇ ਵਿੱਚ ਅਲੱਗ-ਅਲੱਗ ਜਿਹੜੇ ਚਰਵਾਹੇ ਆ, ਪਸ਼ੂ ਪਾਲਣ ਵਾਲੇ ਜਿਹੜੇ ਜੀਵ ਜੰਤੂ ਆ, ਉਹਨਾਂ ਦੀ ਆਪਾਂ ਡਿਸਕਸ਼ਨ ਕੀਤੀ। ਫਿਰ ਆਪਾਂ ਸਾਰਿਆਂ ਨੇ ਨਕਸ਼ਾ ਦੇਖਿਆ ਸੀ ਬੇਟਾ, ਜਿਹਦੇ ਵਿੱਚ ਚਰਵਾਹੇ ਔਰ ਜਨਜਾਤੀਆਂ ਕਿਹੜੇ ਕਿੱਥੇ ਰਹਿੰਦੇ ਆ। ਇਸ ਨਕਸ਼ੇ ਨੂੰ ਸਾਰੇ ਵਿਦਿਆਰਥੀਆਂ ਨੇ ਧਿਆਨ ਨਾਲ ਤੁਸੀਂ ਬੁੱਕ ਦੇ ਵਿੱਚ ਦੇਖਣਾ, ਔਰ ਜਿਸ ਤਰ੍ਹਾਂ ਮੈਂ ਤਰੀਕਾ ਦੱਸਿਆ ਮੈਂ ਦੁਬਾਰਾ ਦੱਸ ਦਿੰਦਾ ਕਿ ਕੋਈ ਵੀ ਨਕਸ਼ਾ ਤਿਆਰ ਕਰਨ ਦਾ ਇੱਕ ਸਿੰਪਲ ਤਰੀਕਾ ਇਹ ਆ ਕਿ ਉਹਦੀ ਪ੍ਰੈਕਟਿਸ ਕਰੋ। ਤੁਸੀਂ ਭਾਰਤ ਦਾ ਜਿਹੜਾ ਉਹ ਖਾਲੀ ਨਕਸ਼ਾ ਲੈ ਲਓ ਜਿਹਦੇ ਵਿੱਚ ਸਟੇਟਸ ਬਣੀਆਂ, ਔਰ ਤੁਸੀਂ ਉਹਦੇ ਵਿੱਚ ਜਿਹੜਾ ਹੈ ਉਹ ਇਹ ਸਾਰੀਆਂ ਟਰਾਈਬਸ ਜਾਂ ਫਸਲਾਂ ਵੀ ਤੁਸੀਂ ਭਰ ਸਕਦੇ ਹੋ ਕਿ ਕਸ਼ਮੀਰ 'ਚ ਕਿਹੜੀਆਂ ਫਸਲਾਂ ਹੁੰਦੀਆਂ, ਪੰਜਾਬ 'ਚ ਕਿਹੜੀਆਂ ਹੁੰਦੀਆਂ ਹੈ, ਇਹ ਸਾਰਾ। ਸੋ ਇਹ ਤੁਹਾਡਾ ਇਹ ਨਕਸ਼ਾ ਹੋ ਗਿਆ। ਇੱਕ ਟੇਬਲ ਆਪਾਂ ਡਿਸਕਸ ਕੀਤਾ ਸੀਗਾ ਕਿ ਕਿਹੜੇ ਚਰਵਾਹੇ ਪ੍ਰਜਾਤੀਆਂ ਹੈ, ਉਹਨਾਂ ਦਾ ਰਹਿਣ ਦਾ ਸਥਾਨ ਕਿਹੜਾ ਹੈ, ਉਹ ਕਿਹੜੀ ਭਾਸ਼ਾ ਬੋਲਦੇ ਆ, ਕਿਸ ਧਰਮ ਨਾਲ ਸੰਬੰਧ ਰੱਖਦੇ ਆ, ਔਰ ਰੁੱਤ ਪ੍ਰਵਾਸ ਜਾਂ ਟ੍ਰਾਂਸਹਿਊਮੈਂਸ ਕਿੱਥੋਂ ਲੈ ਕੇ ਕਿੱਥੋਂ ਤੱਕ ਕਰਦੇ ਆ। ਇਸ ਤੋਂ ਇਲਾਵਾ ਸਾਰੇ ਆਪਾਂ ਬੇਟਾ ਡਿਸਕਸ ਕੀਤੇ ਸੀਗੇ। ਫਿਰ ਆਪਾਂ ਖੇਤੀਬਾੜੀ ਦੀਆਂ ਕਿਸਮਾਂ ਦੇ ਵਿੱਚ ਸਬਸਿਸਟੈਂਸ ਐਗਰੀਕਲਚਰ ਡਿਸਕਸ ਕੀਤੀ ਆ, ਨਿਰਵਾਹ ਖੇਤੀ ਜਿੱਥੇ ਕਿ ਪਰਿਵਾਰ ਸਿਰਫ ਆਪਣੇ ਗੁਜ਼ਾਰੇ ਜੋਗਾ ਜਿਹੜਾ ਅਨਾਜ ਉਹ ਪੈਦਾ ਕਰਦਾ ਹੈ। ਹਿਮਾਲਿਆ ਵਿੱਚ ਪਸ਼ੂ ਪਾਲਣ ਦੁਬਾਰਾ ਡਿਸਕਸ ਕਰ ਲੈਂਦੇ ਹਾਂ ਕਿ ਜੰਮੂ ਕਸ਼ਮੀਰ 'ਚ ਬੱਕਰਵਾਲ, ਗੁੱਜਰ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਗੱਦੀ, ਕਾਨੇਤ, ਕੌਲੀ, ਕਿਨੌਰੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ 'ਚ ਭੋਟੀਆ ਜਿਹੜੇ ਭੇਡਾਂ ਪਾਲਦੇ ਆ, ਸ਼ੇਰਪਾ, ਖੁੰਬੂ ਨੇਪਾਲ ਨਾਲ ਲੱਗਦੇ ਸਿੱਕਿਮ ਤੇ ਅਰੁਣਾਚਲ ਪ੍ਰਦੇਸ਼, ਇਹ ਸਾਰੇ ਜਿਹੜੇ ਚਰਵਾਹੇ ਜਿਹੜੇ ਆ ਉਹ ਕਬੀਲਿਆਂ ਦੇ ਵਿੱਚ ਰਹਿੰਦੇ ਆ। ਪਿਛਲੀ ਜਿਹੜੀ ਸਲਾਈਡ ਦੇ ਵਿੱਚ ਆਪਾਂ ਦੇਖਿਆ ਸਬਸਿਸਟੈਂਸ ਐਗਰੀਕਲਚਰ ਜਿਹੜੀ ਪ੍ਰਿਮਿਟਿਵ ਹੈ ਉਹਨੂੰ ਅਸੀਂ ਝੂਮਿੰਗ ਕਹਿੰਦੇ ਹਾਂ, ਸ਼ਿਫਟਿੰਗ ਐਗਰੀਕਲਚਰ ਵੀ ਕਹਿੰਦੇ ਹਾਂ, ਜਿੱਥੇ ਕਿ ਲੋਕ ਜਿਹੜੇ ਆ ਉਹ ਜੰਗਲ ਸਾਫ਼ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਹੋ ਜਾਂਦੇ ਆ, ਔਰ ਇਹ ਵਾਤਾਵਰਣ ਲਈ, ਜੰਗਲਾਂ ਲਈ ਬਹੁਤ ਘਾਤਕ ਹੈ, ਕਿਉਂਕਿ ਇਸ ਕਿਸਮ ਦੀ ਖੇਤੀ ਦੇ ਵਿੱਚ ਜੰਗਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਫਿਰ ਅਸੀਂ ਜਿਹੜਾ ਹੈ ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ ਬਾਰੇ ਗੱਲ ਕੀਤੀ, ਸੰਘਣੀ ਨਿਰਵਾਹ ਖੇਤੀ ਜਿਹੜੀ ਦੋ ਤਰ੍ਹਾਂ ਦੀ ਹੈ। ਇੱਕ ਤੇ ਡੋਮੀਨੇਟਡ ਬਾਈ ਵੈਟ ਪੈਡੀ ਜਿਹਦੇ ਵਿੱਚ ਚਾਵਲ ਜ਼ਿਆਦਾ ਉਗਾਏ ਜਾਂਦੇ ਆ, ਖਾਸ ਕਰਕੇ ਜਿਹੜਾ ਭਾਰਤ ਦਾ ਜਿਹੜਾ ਪੂਰਬੀ ਇਲਾਕਾ ਜਿਹੜਾ ਉੜੀਸਾ, ਬੰਗਾਲ, ਬਿਹਾਰ, ਛੱਤੀਸਗੜ੍ਹ ਦਾ ਇਲਾਕਾ, ਝਾਰਖੰਡ ਦਾ ਇਲਾਕਾ, ਸੋ ਇੱਥੇ ਚਾਵਲ ਜਿਹੜੇ ਆ ਉਹ ਜ਼ਿਆਦਾ ਉਗਾਏ ਜਾਂਦੇ ਆ ਕਿਉਂਕਿ ਬਾਰਿਸ਼ ਵੀ ਅੱਛੀ ਪੈ ਜਾਂਦੀ ਹੈ ਔਰ ਮਿੱਟੀ ਉਪਜਾਊ ਹੈ, ਡੈਲਟਿਕ ਮਿੱਟੀਆਂ ਵਾ ਨਦੀਆਂ ਦੁਆਰਾ ਲਿਆ ਕੇ ਵਿਛਾਈਆਂ ਗਈਆਂ। ਔਰ ਸੰਘਣੀ ਨਿਰਵਾਹ ਖੇਤੀ ਜਿਹੜੀ ਚਾਵਲ ਦਾ ਹੈ ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਬਾਜਰਾ, ਜਵਾਰ, ਕਣਕ ਜਿਸ ਨੂੰ ਕਿ ਪਾਣੀ ਦੀ ਜ਼ਿਆਦਾ ਜ਼ਰੂਰਤ ਨਹੀਂ ਆ, ਇਹ ਫਸਲਾਂ ਉਗਾਈਆਂ ਜਾਂਦੀਆਂ। ਔਰ ਬਾਜਰਾ ਰੋਟੀ ਜ਼ਰੂਰ ਖਾਇਓ, ਚੰਗੀ ਹੈ। ਜਿਸ ਪਰਿਵਾਰ ਦੇ ਵਿੱਚ ਅਗਰ ਕਿਸੇ ਜੀਅ ਦੇ ਗੋਡੇ ਦੁਖਦੇ ਆ, ਕੈਲਸ਼ੀਅਮ ਦੀ ਕਮੀ ਆ, ਖਾਸ ਕਰਕੇ ਔਰਤਾਂ ਨੂੰ 30-35 ਸਾਲ ਦੀ ਉਮਰ ਤੋਂ ਬਾਅਦ ਵਿੱਚ ਉਹਨਾਂ ਦੇ ਅੰਦਰ ਕੈਲਸ਼ੀਅਮ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਆ। ਸਾਡੇ ਗੋਡੇ ਦੁਖਦੇ ਆ, ਅਸੀਂ ਫਿਰ ਵੰਨ-ਸੁਵੰਨੇ ਤੇਲ ਜਿਹੜੇ ਆ ਗੋਡਿਆਂ ਦੇ ਉੱਪਰ ਲਾਉਂਦੇ ਇਸਤੇਮਾਲ ਕਰਦੇ ਹਾਂ। ਸੋ ਜ਼ਰੂਰਤ ਨਹੀਂ ਆ, ਤੁਸੀਂ ਬਾਜਰੇ ਦੀ ਰੋਟੀ ਜਿਹੜੀ ਆ ਹਫ਼ਤੇ 'ਚ ਘੱਟੋ ਘੱਟ ਇੱਕ ਵਾਰੀ ਜ਼ਰੂਰ ਖਾਓ, ਤਾਂ ਇਹ ਸਮੱਸਿਆ ਦਾ ਹੱਲ ਜਿਹੜਾ ਬੜੀ ਵਧੀਆ ਤਰੀਕੇ ਨਾਲ ਹੋ ਸਕਦਾ, ਕਿਉਂਕਿ ਇਹਦੀ ਫੂਡ ਵੈਲਿਊ ਔਰ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੈ, ਕੈਲਸ਼ੀਅਮ ਉਹਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਰੋਟੀ ਭਾਰੀ ਜ਼ਰੂਰ ਹੁੰਦੀ ਆ। ਮੱਕੀ ਦੀ ਰੋਟੀ ਸਾਡਾ ਟ੍ਰੈਡੀਸ਼ਨਲ ਫੂਡ ਹੈ, ਸਰੋਂ ਦਾ ਸਾਗ, ਅਤੇ ਮੈਨੂੰ ਲੱਗਦਾ ਬਹੁਤ ਬੱਚਿਆਂ ਨੂੰ ਜਿਹੜਾ ਉਹਨਾਂ ਦੇ ਮੂੰਹ 'ਚ ਪਾਣੀ ਵੀ ਆ ਗਿਆ ਹੋਏਗਾ। ਸੋ ਇਹ ਸਾਰਾ ਕੁਛ ਜਿਹੜਾ ਤੁਹਾਡਾ ਉਹ ਇੰਟੈਂਸਿਵ ਸਬਸਿਸਟੈਂਸ ਐਗਰੀਕਲਚਰ ਜਿਹੜੀ ਆ ਚਾਵਲ ਹੈ ਜਿਹੜੀ ਆ ਉਹਦੇ ਬਾਰੇ ਆਪਾਂ ਗੱਲ ਕੀਤੀ। ਸੋ ਇਹ ਸਾਰੇ ਇਸ ਲੈਕਚਰ ਨੂੰ ਦੇਖਣ ਵਾਸਤੇ ਬਹੁਤ ਬਹੁਤ ਸ਼ੁਕਰੀਆ। ਆਪਣੇ ਸਵਾਲ ਜਿਹੜੇ ਹੈ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ
ਸਾਡੇ ਨੰਬਰ ਔਰ ਸਾਡੀ ਈਮੇਲ ਆਈਡੀਜ਼ ਜਿਹੜੀਆਂ ਉਹ ਤੁਹਾਡੇ ਕੋਲ ਆਲਰੇਡੀ ਹੈਗੀਆਂ। ਸੋ ਅਗਲੀ ਕਲਾਸ ਦੇ ਵਿੱਚ ਆਪਾਂ ਸਾਰੇ ਦੁਬਾਰਾ ਮਿਲਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।